ਵਾਹਿਗੁਰੂ ਸਾਹਿਬ ਜੀਓ। ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ। ਕੋ ਉਪਦੇਸ਼ੈ ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ। ਬੇਸ਼ੁਮਾਰ ਅਥਾਹ ਅਗਾਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਗੁਰੂ ਨਾ ਸੇਵਿਓ, ਸ਼ਬਦ ਨਾ ਰੱਖਿਓ ਉਰ ਧਾਰ। ਧਿਗ ਤਿਨਾ ਕਾ ਜੀਵਿਆ, ਕਿਤ ਆਏ ਸੰਸਾਰ। ਗੁਰਮਤੀ ਭਾਉ ਮਨ ਪਵੈ, ਤਾਂ ਹਰ ਰਸ ਲੱਗੈ ਪਿਆਰ। ਨਾਉ ਮਿਲੈ ਧੁਰ ਲਿਖਿਆ, ਜਨ ਨਾਨਕ ਪਾਰ ਉਤਾਰ। ਸਤਿਗੁਰੂ ਨਾ ਸੇਵਿਓ, ਸ਼ਬਦ ਨਾ ਰੱਖਿਓ ਉਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। 12 ਤੋਂ ਵਧੇਕ ਸ਼ਲੋਕਾਂ ਦੀ ਕਥਾ ਪ੍ਰਾਰੰਭ ਹੈ। ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਆਰੰਭ ਹੈ। 12 ਸ਼ਲੋਕਾਂ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਅਗਲੇ ਸ਼ਲੋਕਾਂ ਦੀ ਕਥਾ ਵਿਚਾਰ ਆਰੰਭ ਹੋ ਰਹੀ ਹੈ। ਆਪ ਸੰਗਤਾਂ ਸ਼ਰਧਾ ਭਾਵਨਾ ਪਿਆਰ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਗੁਰੂ ਨਾ ਸੇਵਿਓ, ਸ਼ਬਦ ਨਾ ਰੱਖਿਓ ਉਰ ਧਾਰ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਮਨਮੁਖ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ? ਤਾਂ ਗਰੀਬਾਂ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਹਨ, ਸਤਿਗੁਰੂ ਨਾ ਸੇਵਿਓ। ਨਾ ਤੇ ਉਸਨੇ ਸੱਚੇ ਸਤਿਗੁਰੂ ਦੀ ਸੇਵਾ ਕੀਤੀ, ਸ਼ਬਦ ਨਾ ਰੱਖਿਓ ਉਰ ਧਾਰ। ਨਾ ਹੀ ਜੋ ਗੁਰੂ ਕਾ ਸ਼ਬਦ ਉਪਦੇਸ਼ ਹੈ, ਖਾਸ ਲਿਖਿਆ ਮੰਤਰ ਹੈ, ਉਹਨੂੰ ਹੀ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ। ਚਾਹੀਦਾ ਇਹ ਸੀ ਸਤਿਗੁਰੂ ਦੀ ਸੇਵਾ ਕਰਦਾ ਤੇ ਗੁਰੂ ਸ਼ਬਦ ਨੂੰ, ਗੁਰ ਮੰਤਰ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ, ਪਰ ਇਹ ਕੰਮ ਮਨਮੁਖ ਨੇ ਕੀਤਾ ਹੀ ਨਹੀਂ ਹੈ। ਨਾਉ ਮਿਲੈ ਧੁਰ ਲਿਖਿਆ, ਧਿਗ ਤਿਨਾ ਕਾ ਜੀਵਿਆ, ਕਿਤ ਆਏ ਸੰਸਾਰ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਐਸੇ ਮਨਮੁੱਖਾਂ ਦਾ ਜੀਵਨ ਜੀਵਿਆ ਹੋਇਆ
ਤਿਰਕਾਰ ਯੋਗ ਹੈ। ਉਹਨਾਂ ਦੇ ਜੀਵਨ ਨੂੰ ਲੱਖ ਲਾਹਨਤ ਹੈ ਜਿਨ੍ਹਾਂ ਨੇ ਨਾ ਸਤਿਗੁਰੂ ਦੀ ਸੇਵਾ ਕੀਤੀ, ਨਾ ਗੁਰ ਉਪਦੇਸ਼ ਨੂੰ, ਗੁਰ ਦੀਖਿਆ ਮੰਤਰ ਨੂੰ ਹਿਰਦੇ ਵਿੱਚ ਧਾਰਨ ਕੀਤਾ। ਕਿਤ ਆਏ ਸੰਸਾਰ, ਉਹ ਸੰਸਾਰ ਵਿੱਚ ਆਏ ਕਿਸ ਵਾਸਤੇ ਨੇ? ਉਹਨਾਂ ਦਾ ਆਉਣਾ ਬੇਅਰਥ ਹੈ। ਜੇ ਉਹ ਆ ਕੇ ਗੁਰੂ ਦੀ ਸੇਵਾ ਕਰਦੇ, ਗੁਰ ਮੰਤਰ ਨੂੰ ਹਿਰਦੇ ਵਿੱਚ ਧਾਰਨ ਕਰਦੇ, ਫਿਰ ਹੀ ਉਹਨਾਂ ਦਾ ਆਉਣਾ ਸਫਲ ਹੋ ਸਕਦਾ ਸੀ। ਗੁਰਮਤੀ ਭਾਉ ਮਨ ਪਵੈ, ਤਾਂ ਹਰ ਰਸ ਲੱਗੈ ਪਿਆਰ। ਗੁਰੂ ਦੀ ਸੇਵਾ ਕਰਕੇ ਕੀ ਲਾਭ ਪ੍ਰਾਪਤ ਹੋਣਾ ਸੀ? ਗੁਰਮਤੀ, ਗੁਰੂ ਦੀ ਮੱਤ ਨੂੰ ਧਾਰਨ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਿਰਮਲ ਭਾਉ, ਅਦਬ ਸਤਿਕਾਰ ਮਨ ਦੇ ਵਿੱਚ ਪੈਦਾ ਹੋਣਾ ਸੀ। ਅਤੇ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਿਰਮਲ ਭੈ ਮਨ ਵਿੱਚ ਪੈਦਾ ਹੋਣਾ ਸੀ ਤਾਂ ਹਰ ਰਸ ਲੱਗਿਆ ਪਿਆਰ। ਫਿਰ ਵਾਹਿਗੁਰੂ ਦੇ ਨਾਮ ਰਸ ਦੇ ਨਾਲ ਪਿਆਰ ਲੱਗਣਾ ਸੀ। ਪਰ ਹੁਣ ਉਹ ਗੁਰੂ ਦੀ ਸ਼ਰਨ ਆਇਆ ਹੀ ਨਹੀਂ, ਨਾ ਗੁਰੂ ਦੀ ਸੇਵਾ ਕੀਤੀ, ਨਾ ਹੀ ਗੁਰ ਮੰਤਰ ਨੂੰ ਹਿਰਦੇ ਵਿੱਚ ਵਸਾਇਆ। ਇਸੇ ਲਈ ਉਹਦਾ ਆਉਣਾ ਬੇਅਰਥ ਹੋ ਗਿਆ। ਨਾਉ ਮਿਲੈ ਤੁਰ ਲਿਖਿਆ, ਜਨ ਨਾਨਕ ਪਾਰ ਉਤਾਰ। ਨਾਮ ਕਿਹਨਾਂ ਨੂੰ ਪ੍ਰਾਪਤ ਹੁੰਦਾ ਹੈ? ਤਾਂ ਹਾਜ਼ੂਰ ਕਹਿੰਦੇ ਧੁਰ ਲਿਖਿਆ, ਜਿਨ੍ਹਾਂ ਦੇ ਮੱਥੇ ਤੇ ਧੁਰ ਦਰਗਾਹ ਤੋਂ ਵਾਹਿਗੁਰੂ ਨੇ ਚੰਗਾ ਲੇਖ ਲਿਖਿਆ ਹੁੰਦਾ ਹੈ, ਉਹਨਾਂ ਨੂੰ ਨਾਮ ਪ੍ਰਾਪਤ ਹੁੰਦਾ। ਉਹ ਸਤਿਗੁਰੂ ਦੇ ਪਾਸੋਂ ਆ ਕੇ ਦੀਖਿਆ ਮੰਤਰ, ਗੁਰ ਮੰਤਰ, ਮੂਲ ਮੰਤਰ ਪ੍ਰਾਪਤ ਕਰਦੇ ਹਨ। ਜਨ ਨਾਨਕ ਪਾਰ ਉਤਾਰ, ਦਾਸਾ ਪਾਪ ਧਾਰਨ ਕਰਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਨਾਮ ਹੀ ਭਵ ਸਾਗਰ ਤੋਂ ਪਾਰ ਉਤਾਰਨ ਵਾਲਾ ਹੈ। ਮਾਇਆ ਮੋਹਿ ਜਗ ਭਰਮਿਆ, ਕਰ ਮੁਸੈ ਖਬਰ ਨਾ ਹੋਏ। ਗਰੀਬ ਨਵਾਜ਼ ਸਤਿਗੁਰੂ ਜੀ ਪਰਮਾਦੀ ਸੰਸਾਰ ਦੀ ਦਸ਼ਾ ਬਿਆਨ ਕਰਦੇ ਹਨ। ਇਹ ਸੰਸਾਰ ਮਾਇਆ ਦੇ ਮੋਹ ਦੇ ਵਿੱਚ ਭੁੱਲਿਆ ਭਟਕਿਆ ਠੋਕਰਾਂ ਖਾਂਦਾ ਫਿਰ ਰਿਹਾ ਹੈ। ਘਰ ਮੁਸੈ ਖਬਰ ਨਾ ਹੋਏ, ਇਹਦਾ ਘਰ ਲੁੱਟਿਆ ਜਾ ਰਿਹਾ ਹੈ, ਪਰ ਇਹਨੂੰ ਕੋਈ ਖਬਰ ਹੀ ਨਹੀਂ ਪ੍ਰਾਪਤ ਹੋ ਰਹੀ। ਜਿਵੇਂ ਕੋਈ ਆਦਮੀ ਰਾਤ ਨੂੰ ਕੂਕ ਸੁੱਤਾ ਪਿਆ ਹੋਵੇ, ਚੋਰ ਆ ਕੇ ਉਹਦੇ ਘਰ ਨੂੰ ਲੁੱਟਣ ਲੱਗ ਜਾਣ, ਉਹ ਸੁੱਤਾ ਪਿਆ ਹੀ ਨਾ ਉੱਠੇ। ਇਹ ਹਾਲਤ ਸਾਡੀ ਹੈ। ਮਾਇਆ ਦੇ ਮੋਹ ਦੇ ਵਿੱਚ ਸਾਰਾ ਸੰਸਾਰ ਇੱਧਰ ਉੱਧਰ ਭਟਕਦਾ ਫਿਰਦਾ ਹੈ। ਇਹਦਾ ਸ਼ੁਭ ਗੁਣਾਂ ਦਾ ਸਰਮਾਇਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਕਾਰ ਲੁੱਟੀ ਜਾ ਰਹੇ ਨੇ, ਪਰ ਇਸ ਨੂੰ ਕੋਈ ਖਬਰਸਾਰ ਹੀ ਨਹੀਂ ਹੋ ਰਹੀ। ਕਾਮ ਕ੍ਰੋਧ ਮਨ ਹਿਰ ਲਿਆ, ਮਨ ਮੁਖ ਅੰਧਾ ਲੋਏ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਕਾਮ ਤੇ ਕ੍ਰੋਧ ਨੇ ਇਹਦੇ ਮਨ ਨੂੰ ਚੁਰਾ ਲਿਆ ਹੈ। ਜਦੋਂ ਕਾਮ ਕ੍ਰੋਧ ਸਾਡੇ ਮਨ 'ਤੇ ਹਾਵੀ ਹੁੰਦੇ ਨੇ, ਫਿਰ ਉਹ ਮਨ ਨੂੰ ਕਾਬੂ ਕਰ ਲੈਂਦੇ ਨੇ। ਕਾਮ ਕ੍ਰੋਧ ਨੇ ਮਨ ਨੂੰ ਚੁਰਾ ਲਿਆ, ਮਨਮੁਖ ਅੰਧਾ ਲੋਏ। ਇਹ ਜਿਹੜਾ ਸੰਸਾਰ ਹੈ, ਮਨਮੁਖ ਜਗਤ, ਇਹ ਅੰਨਾ ਹੋਇਆ ਪਿਆ ਹੈ, ਇਹਨੂੰ ਕੁਛ ਨਜ਼ਰ ਹੀ ਨਹੀਂ ਆਉਂਦਾ। ਜਿਵੇਂ ਕੋਈ ਆਦਮੀ ਬੇਹੋਸ਼ ਹੋ ਕੇ ਨਸ਼ਾ ਖਾ ਕੇ ਸੁੱਤਾ ਪਿਆ ਹੁੰਦਾ ਹੈ, ਇਸੇ ਤਰ੍ਹਾਂ ਪਰਮਾਦੀ ਸੰਸਾਰ ਦੀ ਹਾਲਤ ਹੈ। ਕਾਮ ਕ੍ਰੋਧ ਲੁੱਟੀ ਜਾ ਰਹੇ ਨੇ, ਪਰ ਇਹਨੂੰ ਪਤਾ ਹੀ ਨਹੀਂ ਹੈ, ਅੰਨਾ ਹੋ ਕੇ ਸੁੱਤਾ ਪਿਆ ਹੈ। ਗਿਆਨ ਖੜਗ ਪੰਚ ਦੂਤ ਸੰਘਾਰੇ, ਗੁਰਮਤਿ ਜਾਗੈ ਸੋਏ। ਹਾਂ, ਜਿਹੜੇ ਗੁਰਸਿੱਖ ਮਾਈ ਪਾਈ ਗੁਰੂ ਦੀ ਸ਼ਰਨ ਵਿੱਚ ਆ ਗਏ, ਉਹਨਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਕੀਤਾ, ਫਿਰ ਉਹ ਜਾਗ ਪਏ ਨੇ। ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਬਤ ਕਹਾਂ ਮੋਹ ਨਿੰਦਰਾ ਮਹਿ, ਕਬਹੂ ਸੁਚੇਤ ਹੋਇਆ ਜਾਗੋ। ਗੁਰਮੁਖ ਜਾਗਦੇ ਨੇ, ਗੁਰੂ ਦੀ ਮੱਤ ਨੂੰ ਜਿਹੜੇ ਧਾਰਨ ਕਰ ਲੈਂਦੇ ਨੇ, ਫਿਰ ਉਹ ਜਾਗ ਪੈਂਦੇ ਨੇ। ਜਾਗੇ ਮਨ ਦੀ ਨਿਸ਼ਾਨੀ ਕੀ ਹੈ? ਮਨ ਜਾਗੇ ਕਿ ਇਹੀ ਨਿਸ਼ਾਨੀ, ਪ੍ਰੇ ਲਾਗੈ ਔਰ ਸਤਿਗੁਰ ਬਾਣੀ। ਜਦੋਂ ਸਤਿਗੁਰੂ ਦੀ ਬਾਣੀ ਨਾਲ ਪ੍ਰੇਮ ਲੱਗ ਜਾਵੇ,
ਬਾਣੀ ਪੜ੍ਹਨ ਨੂੰ ਮਨ ਹਮੇਸ਼ਾ ਲਈ ਤਿਆਰ ਰਵੇ ਤੇ ਸਮਝ ਲਓ ਮਨ ਜਾਗ ਪਿਆ ਹੈ। ਗਿਆਨ ਖੜਗ ਪੰਜ ਦੂਤ ਸੰਘਾਰੇ, ਫਿਰ ਉਹਨਾਂ ਨੇ ਗਿਆਨ ਦਾ ਖੜਗ ਖੰਡਾ ਲੈ ਕੇ ਜਿਹੜੇ ਪੰਜ ਦੁਸ਼ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਸਾਡੇ ਸ਼ੁਭ ਗੁਣਾਂ ਦੇ ਇਖਲਾਕ ਦੇ ਸਰਮਾਏ ਨੂੰ ਲੁੱਟੀ ਜਾ ਰਹੇ ਸਨ, ਤੇ ਉਹ ਉਸਨੇ ਮਾਰ ਦਿੱਤੇ। ਇਹਦਾ ਮਤਲਬ ਇਹ ਹੋਇਆ, ਜਦੋਂ ਕਿਸੇ ਦੇ ਘਰ ਦੇ ਵਿੱਚ ਚੋਰ ਲੁੱਟਣ ਵਾਸਤੇ ਆ ਜਾਣ ਤੇ ਉਹ ਆਦਮੀ ਜਾਗ ਪਵੇ ਤੇ ਜਾ ਕੇ ਸ਼ਸਤਰ ਲੈ ਕੇ, ਖੰਡਾ ਲੈ ਕੇ ਉਹਨਾਂ ਦੁਸ਼ਟਾਂ ਨੂੰ, ਚੋਰਾਂ ਨੂੰ ਉੱਥੇ ਹੀ ਸੋਧਾ ਲਾ ਦੇਵੇ, ਤੇ ਫਿਰ ਉਹ ਅਸਲੀ ਸੂਰਮਾ ਗਿਣਿਆ ਜਾਂਦਾ ਹੈ। ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਕੀਤਾ ਉਹ ਮੋਹ ਮਾਇਆ ਦੀ ਨੀਂਦ ਤੋਂ ਜਾਗ ਪਏ ਨੇ। ਫਿਰ ਉਹਨਾਂ ਨੇ ਗੁਰੂ ਦੇ ਗਿਆਨ ਦਾ ਖੜ ਖੰਡਾ ਲੈ ਕੇ ਇਹ ਪੰਜ ਦੁਸ਼ਟਾਂ ਨੂੰ ਨਾਸ਼ ਕਰ ਦਿੱਤਾ। ਨਾਮ ਰਤਨ ਪਰਗਾਸਿਆ, ਮਨ ਤਨ ਨਿਰਮਲ ਹੋਏ। ਫਿਰ ਉਹਨਾਂ ਦੇ ਅੰਦਰ ਨਾਮ ਰੂਪੀ ਰਤਨ ਪ੍ਰਗਟ ਹੋ ਗਿਆ। ਉਸ ਨਾਮ ਦੇ ਪ੍ਰਗਟ ਹੋਣ ਦੇ ਨਾਲ ਉਹਨਾਂ ਦਾ ਮਨ ਵੀ ਤੇ ਤਨ ਵੀ ਨਿਰਮਲ ਹੋਏ, ਪਵਿੱਤਰ ਹੋ ਗਿਆ। ਨਾਮਹੀਨ ਨਕਟੇ ਫਿਰਹਿ, ਬਿਨ ਨਾਵੈ ਬਹਿ ਰੋਏ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੇ ਨਾਮ ਤੋਂ ਹੀਣੇ ਮਨੁੱਖ ਨੇ ਉਹਨਾਂ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ। ਨਾਮ ਤੋਂ ਬਿਨਾਂ ਨਕਟੇ ਫਿਰੈ, ਉਹ ਨੱਕ ਵਢਾਈ ਫਿਰਦੇ ਨੇ। ਕੋਈ ਉਹਨਾਂ ਦੀ ਸੋਭਾ ਨਹੀਂ, ਕੋਈ ਇੱਜ਼ਤ ਨਹੀਂ, ਕੋਈ ਆਦਰ ਨਹੀਂ ਦਿੰਦਾ। ਉਹ ਨਾਮ ਤੋਂ ਬਿਨਾਂ ਨੱਕ ਕਟਿਆ ਵਾਂਗੂ ਫਿਰਦੇ ਨੇ। ਬਿਨ ਨਾਵੈ ਬਹਿ ਰੋਏ, ਉਹ ਨਾਮ ਜਪਦੇ ਕੋਈ ਨਹੀਂ ਤੇ ਫਿਰ ਬੈਠ ਕੇ ਰੋਂਦੇ ਕੁਰਲਾਉਂਦੇ ਰਹਿੰਦੇ ਹਨ। ਨਾਨਕ ਜੋ ਤੁਰ ਕਰਤੈ ਲਿਖਿਆ, ਸੋ ਮੇਟ ਨਾ ਸਕੈ ਕੋਏ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਤੁਰ ਦਰਗਾਹ ਤੋਂ ਉਸ ਕਰਤਾ ਪੁਰਖ ਵਾਹਿਗੁਰੂ ਨੇ ਉਹਨਾਂ ਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ, ਭਾਈ ਉਸ ਨੂੰ ਕੋਈ ਮੇਟ ਵੀ ਨਹੀਂ ਸਕਦਾ। ਭਾਵ ਜਿਹੜੇ ਨਾਮ ਨਹੀਂ ਨਾ ਜਪਦੇ, ਫਿਰ ਉਹਨਾਂ ਦੇ ਪੱਲੇ ਰੋਣਾ ਧੋਣਾ ਹੀ ਰਹਿ ਜਾਂਦਾ ਹੈ। ਸਾਰੀ ਉਮਰ ਰੋਂਦਿਆਂ ਕੁਰਲਾਉਂਦਿਆਂ ਹੀ ਬਰਬਾਦ ਕਰਦੇ ਹਨ। ਉਹਨਾਂ ਦੇ ਮੱਥੇ ਤੇ ਲੇਖ ਹੀ ਇਹੋ ਜਿਹਾ ਲਿਖਿਆ ਹੋਇਆ ਹੈ, ਫਿਰ ਉਹਨੂੰ ਕੋਈ ਮੇਟ ਵੀ ਨਹੀਂ ਸਕਦਾ। ਗੁਰਮੁਖਾ ਹਰ ਤਨ ਖਟਿਆ, ਗੁਰ ਕੈ ਸ਼ਬਦ ਵਿਚਾਰ। ਲੋ ਉਹਨਾਂ ਮਨਮੁਖਾਂ ਦੇ ਮੁਕਾਬਲੇ ਤੇ ਜਿਹੜੇ ਗੁਰਮੁਖ ਵਿਅਕਤੀ ਹਨ। ਗੁਰਮੁਖ ਕੌਣ ਹੁੰਦਾ ਹੈ? ਗੁਰਮੁਖ ਸਨਮੁਖ, ਮਨਮੁਖ ਬੇਮੁਖੀ ਹੈ। ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਉਹ ਗੁਰਮੁਖ ਹੈ, ਜਿਹੜਾ ਗੁਰੂ ਤੋਂ ਬੇਮੁਖ ਹੋ ਜਾਵੇ ਉਹ ਮਨਮੁਖ ਹੈ। ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਧਨ ਨੂੰ ਖਟਿਆ ਪ੍ਰਾਪਤ ਕੀਤਾ। ਗੁਰ ਕਾ ਸ਼ਬਦ ਵਿਚਾਰ, ਤੇ ਗੁਰੂ ਕੇ ਸ਼ਬਦ ਦੁਆਰਾ ਉਹਨਾਂ ਨੇ ਆਤਮ ਤੱਤ ਦੀ ਤੇ ਪਰਮ ਤੱਤ ਦੀ ਵਿਚਾਰ ਕੀਤੀ ਹੈ। ਨਾਮ ਪਦਾਰਥ ਪਾਇਆ, ਅਟੁੱਟ ਭਰੇ ਭੰਡਾਰ। ਫਿਰ ਉਹਨਾਂ ਨੇ ਵਾਹਿਗੁਰੂ ਦੇ ਨਾਮ ਰੂਪੀ ਪਦਾਰਥ ਕੀਮਤੀ ਰਤਨ ਨੂੰ ਪ੍ਰਾਪਤ ਕੀਤਾ ਹੈ। ਅਟੁੱਟ ਭਰੇ ਭੰਡਾਰ, ਫਿਰ ਵਾਹਿਗੁਰੂ ਦੇ ਘਰ ਦੇ ਵਿੱਚ ਉਸ ਨਾਮ ਦੇ ਬੇਅੰਤ ਭੰਡਾਰੇ ਭਰੇ ਹੋਏ ਨੇ, ਜਿਹੜੇ ਕਦੀ ਮੁੱਕਣ ਵਾਲੇ ਨਹੀਂ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਟੋਟ ਨਾਹੀਂ ਰੇ ਮੁਕੇ। ਖਾਵੈ ਹੈ ਖਰਚਾ ਹੈ ਰਲ ਮਿਲ ਪਾਈ, ਟੋਟ ਨਾ ਆਵੈ ਵੱਧ ਦੋ ਜਾਈ। ਇਹੋ ਤਨ ਅਖੁੱਟ, ਨਾ ਨਖੁੱਟੈ ਨਾ ਜਾਏ। ਪੂਰਾ ਸਤਿਗੁਰ ਦੀਆ ਦਿਖਾਏ। ਉਹਨਾਂ ਗੁਰਮੁਖਾਂ ਦੇ ਪੰਜ ਗਿਆਨ ਇੰਦਰੀਏ, ਮਨ ਤੇ ਬੁੱਧ ਰੂਪ ਭੰਡਾਰੇ ਵੀ ਉਸ ਬੇਅੰਤ ਨਾਮ ਦੇ ਕੀਮਤੀ ਖਜ਼ਾਨੇ ਦੇ ਨਾਲ ਭਰੇ ਰਹਿੰਦੇ ਹਨ। ਹਰ ਗੁਣ ਬਾਣੀ ਉੱਚ ਰਹਿ, ਅੰਤ ਨਾ ਪਾਰਾਵਾਰ। ਉਹ ਗੁਰਮੁਖ ਪਿਆਰੇ ਜਿਸ ਵਾਹਿਗੁਰੂ ਦੇ ਉਰਵਾਰ ਪਾਰ ਦਾ ਕੋਈ ਅੰਤ ਨਹੀਂ ਜਾਣ ਸਕਦਾ, ਬਾਣੀ ਦੁਆਰਾ ਉਸ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਹਨ। ਨਾਨਕ ਸਭ ਕਾਰਨ ਕਰਤਾ ਕਰੈ, ਵੇਖੈ ਸਿਰਜਨਹਾਰ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸਾਰੇ ਕਾਰਨ ਸਬੱਬ ਵਾਹਿਗੁਰੂ ਆਪ ਕਰਦਾ ਹੈ, ਆਪ ਬਣਾਉਂਦਾ ਹੈ। ਵੇਖੈ ਸਿਰਜਨਹਾਰ, ਤੇ ਸਭ ਕੁਝ ਕਰ ਕਰਵਾ ਕੇ ਉਹ ਸਿਰਜਨਹਾਰ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਵੇਖ ਵੀ ਰਿਹਾ ਹੈ।
ਸਭ ਦੀ ਨਿਗਰਾਨੀ ਤੇ ਨਜ਼ਰਸਾਨੀ ਵੀ ਕਰ ਰਿਹਾ ਹੈ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ। ਗੁਰਮੁਖਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਤਾਂ ਹਜ਼ੂਰ ਕਹਿੰਦੇ ਗੁਰਮੁਖਾਂ ਦੇ ਅੰਦਰ ਸਹਿਜ ਧੀਰਜ ਹੁੰਦਾ ਹੈ, ਅਡੋਲਤਾ ਹੁੰਦੀ ਹੈ, ਟਿਕਾਉ ਹੁੰਦਾ ਹੈ। ਮਨ ਚੜ੍ਹਿਆ ਦਸਵੇਂ ਆਕਾਸ਼, ਕਿਉਂ? ਉਹਨਾਂ ਦਾ ਮਨ ਦਸਵੇਂ ਦੁਆਰ ਰੂਪੀ ਆਕਾਸ਼ ਦੇ ਵਿੱਚ ਚੜ੍ਹ ਜਾਂਦਾ ਹੈ। ਦਸਵੇਂ ਦੁਆਰ ਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਨੰਦ ਸਾਹਿਬ ਬਾਣੀ ਦੇ ਵਿੱਚ ਬਹੁਤ ਸੋਹਣਾ ਨਿਰਣਾ ਕੀਤਾ ਹੈ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਤੇ ਇਹ ਦਸਵਾਂ ਦੁਆਰ, ਇਸ ਨੂੰ ਤੁਰੀਆ ਅਵਸਥਾ ਵੀ ਆਖਿਆ ਹੈ, ਇਸ ਨੂੰ ਸਹਿਜ ਅਵਸਥਾ ਦਾ ਵੀ ਨਾਮ ਦਿੱਤਾ ਗਿਆ ਹੈ, ਇਸ ਨੂੰ ਚਿਦਾਕਾਸ਼ ਵੀ ਕਿਹਾ ਜਾਂਦਾ ਹੈ। ਉਹਨਾਂ ਗੁਰਮੁਖਾਂ ਦਾ ਮਨ ਉਹ ਦਸਵੇਂ ਆਕਾਸ਼ ਦੇ ਵਿੱਚ, 9 ਗੋਲਕਾਂ ਨੇ, 10 ਇੰਦਰੀਆਂ ਨੇ, 10ਵਾਂ ਗੁਪਤ ਹੈ। ਜਿਹੜਾ 10ਵਾਂ ਗੁਪਤ 10ਵਾਂ ਦੁਆਰ ਹੈ ਅਥਵਾ ਚਿਦਾਕਾਸ਼ ਹੈ, ਤੁਰੀਆ ਪਦ ਹੈ, ਉਹਦੇ ਵਿੱਚ ਗੁਰਮੁਖਾਂ ਦਾ ਮਨ ਅਸਵਾਰ ਹੋ ਜਾਂਦਾ ਹੈ। ਤਿੱਥੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਉਸ ਅਵਸਥਾ ਦੇ ਵਿੱਚ ਨਾ ਉੱਥੇ ਊਂਗ ਨੀਂਦ ਹੈ, ਆਲਸ ਹੈ, ਤੇ ਨਾ ਹੀ ਉੱਥੇ ਭੁੱਖ ਹੈ। ਨਾ ਮੋਹ ਮਾਇਆ ਦੀ, ਅਗਿਆਨਤਾ ਦੀ, ਜਹਾਲਤ ਦੀ ਉੱਥੇ ਨੀਂਦ ਹੈ, ਤੇ ਨਾ ਹੀ ਆਸਾ ਤ੍ਰਿਸ਼ਨਾ ਦੀ ਭੁੱਖ ਹੈ। ਹਰ ਅੰਮ੍ਰਿਤ ਨਾਮ ਸੁਖ ਵਾਸ, ਉਸੇ ਅੰਮ੍ਰਿਤ ਨਾਮ ਦੀ ਬਰਖਾ ਹੁੰਦੀ ਹੈ। ਇਸੇ ਲਈ ਉਹਨਾਂ ਗੁਰਮੁਖਾਂ ਦਾ ਸੁਖ ਵਾਸ ਵੀ ਸੁਖ ਦਾ ਨਿਵਾਸ ਹੁੰਦਾ ਹੈ। ਨਾਨਕ ਦੁਖ ਸੁਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪ੍ਰਗਾਸ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉੱਥੇ ਸੰਸਾਰਕ ਦੁੱਖ ਸੁੱਖ ਵੀ ਵਿਆਪ ਨਹੀਂ ਸਕਦੇ, ਕੋਈ ਅਸਰ ਨਹੀਂ ਕਰ ਸਕਦੇ। ਜਿੱਥੇ ਆਤਮ ਰਾਮ ਪ੍ਰਗਾਸ, ਜਿਹਦੀ ਆਤਮਾ ਤੇ ਬ੍ਰਹਮ ਸਰੂਪ ਦਾ ਪ੍ਰਕਾਸ਼ ਗਿਆਨ ਪ੍ਰਗਟ ਹੋ ਜਾਂਦਾ, ਜਿੱਥੇ ਆਤਮਾ ਤੇ ਪਰਮਾਤਮਾ ਦੋਵੇਂ ਪ੍ਰਗਟ ਹੋ ਜਾਂਦੇ ਨੇ, ਫਿਰ ਉੱਥੇ ਦੁੱਖ ਸੁੱਖ ਕੋਈ ਅਸਰ ਨਹੀਂ ਕਰ ਸਕਦੇ। ਕਾਮ ਕ੍ਰੋਧ ਕਾ ਚੋਲੜਾ, ਸਭ ਗਲ ਆਏ ਪਾਏ। ਲੋ ਗਰੀਬਾਂ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਆ ਜਿਹੜਾ ਸਾਡਾ ਸਰੀਰ ਹੈ ਨਾ, ਇਹ ਕਾਮ ਕ੍ਰੋਧ ਦਾ ਚੋਲਾ ਹੈ, ਤੇ ਸਾਰੇ ਜੀਵ ਇਸ ਨੂੰ ਗਲ ਵਿੱਚ ਪਾ ਕੇ ਆਏ ਨੇ। ਕਾਮ ਕ੍ਰੋਧ ਤੋਂ ਇਸ ਦੀ ਉਤਪਤੀ ਹੁੰਦੀ ਹੈ, ਤੇ ਕਾਮ ਕ੍ਰੋਧ ਦੇ ਨਾਲ ਹੀ ਇਹ ਭਰਿਆ ਹੋਇਆ ਹੈ। ਇੱਕ ਉਪਜ ਹੈ, ਇੱਕ ਬਿਨਸ ਜਾਹੇ, ਹੁਕਮੇ ਆਵੈ ਜਾਏ। ਇੱਕ ਜੀਵ ਪੈਦਾ ਹੁੰਦੇ ਨੇ ਤੇ ਇੱਕ ਨਾਸ ਹੁੰਦੇ ਜਾ ਰਹੇ ਨੇ। ਹੁਕਮੇ ਆਵੈ ਜਾਏ, ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਭਾਈ ਸਾਰੇ ਆਉਂਦੇ ਜਾਂਦੇ ਨੇ। ਜੰਮਣਾ ਤੇ ਮਰਨਾ ਵੀ ਵਾਹਿਗੁਰੂ ਦਾ ਹੁਕਮ ਹੈ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੈ ਜਾਏ। ਜੰਮਣਾ ਮਰਨਾ ਸਰੀਰ ਦਾ ਧਰਮ ਹੈ, ਆਉਣਾ ਤੇ ਜਾਣਾ ਇਹ ਜੀਵ ਦਾ ਕਰਮ ਹੈ। ਇਸ ਲਈ ਨਾ ਗੁਰਮੁਖਾਂ ਦਾ ਸਰੀਰ ਜੰਮਦਾ ਮਰਦਾ ਹੈ, ਤੇ ਨਾ ਹੀ ਉਹਨਾਂ ਦੀ ਜੀਵ ਆਤਮਾ ਜੂਨਾਂ ਵਿੱਚ ਭਟਕਦੀ ਹੈ। ਤੇ ਜਿਹੜੇ ਮਨਮੁਖ ਬੰਦੇ ਨੇ, ਉਹਨਾਂ ਦਾ ਹਾਲ ਇਹ ਹੁੰਦਾ ਹੈ, ਇੱਕ ਪੈਦਾ ਹੁੰਦੇ ਨੇ, ਇੱਕ ਨਾਸ ਹੁੰਦੇ ਨੇ, ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਉਹਨਾਂ ਦੀ ਰੂਹ ਭਟਕਦੀ ਰਹਿੰਦੀ ਹੈ। ਕਦੇ ਕਿਸੇ ਜੂਨ ਵਿੱਚ ਆ ਜਾਂਦੀ ਹੈ, ਕਦੇ ਚਲੀ ਜਾਂਦੀ ਹੈ। ਜੰਮਣ ਮਰਨ ਨਾ ਚੁੱਕਈ, ਰੰਗ ਲੱਗਾ ਦੂਜੈ ਪਾਏ। ਉਹਨਾਂ ਦਾ ਜੰਮਣਾ ਤੇ ਮਰਨਾ ਕਦੀ ਮੁੱਕਦਾ ਹੀ ਨਹੀਂ। ਕਿਉਂ? ਰੰਗ ਲੱਗਾ ਦੂਜਾ ਪਾਏ। ਦੂਜਾ ਪਾਏ ਤੋਂ ਭਾਵ ਹੈ ਮਾਇਆ ਦੇ ਮੋਹ ਦਾ ਉਹਨਾਂ ਨੂੰ ਰੰਗ ਲੱਗਿਆ ਹੋਇਆ। ਉਹਨਾਂ ਦਾ ਵਾਹਿਗੁਰੂ ਦੇ ਨਾਲ ਪ੍ਰੇਮ ਨਹੀਂ, ਦੂਜੇ ਪਾਸੇ ਦੁਨੀਆ ਨਾਲ, ਪਦਾਰਥਾਂ ਦੇ ਨਾਲ, ਮਾਇਆ ਦੇ ਨਾਲ ਮੋਹ ਲੱਗਿਆ ਹੋਇਆ ਹੈ। ਬੰਧਨ ਬੰਧ ਭਵਾਈਨ, ਕਰਨਾ ਕਛੂ ਨਾ ਜਾਏ। ਉਹਨਾਂ ਨੂੰ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਦੇ ਬੰਧਨਾਂ ਦੇ ਵਿੱਚ ਬੰਨ੍ਹ ਕੇ ਭਵਾਈਆਂ ਜੂਨਾਂ ਦੇ ਵਿੱਚ ਪਟਕਾਇਆ ਜਾਂਦਾ, ਅਥਵਾ
ਕਰਤਾ ਭੋਗਤਾ ਦੇ ਹੰਗਤਾ ਮਮਤਾ ਦੇ ਬੰਧਨਾਂ ਦੇ ਵਿੱਚ ਜਕੜ ਕੇ ਉਹਨਾਂ ਨੂੰ ਜੂਨਾਂ ਵਿੱਚ ਭਟਕਾਇਆ ਜਾਂਦਾ ਹੈ। ਕਰਨਾ ਕਛੂ ਨਾ ਜਾਏ, ਜੇ ਕੋਈ ਯਤਨ ਕਰਨਾ ਚਾਹੇ ਤੇ ਉਹ ਵੀ ਕੁਝ ਨਹੀਂ ਹੋ ਸਕਦਾ। ਇਹਦਾ ਮਤਲਬ ਇਹ ਹੈ ਮਨਮੁਖ ਬੰਦੇ ਦੇ ਕਰਮ ਹੀ ਐਸੇ ਹੁੰਦੇ ਨੇ, ਫਿਰ ਉਹਨੂੰ ਜੂਨਾਂ ਦੇ ਵਿੱਚ ਭਟਕਾਇਆ ਜਾਂਦਾ ਹੈ, ਕੋਈ ਉਸ ਨੂੰ ਛੁਡਾ ਵੀ ਨਹੀਂ ਸਕਦਾ। ਜਿਨ ਕੋ ਕਿਰਪਾ ਧਾਰੀਅਨ ਤਿਨਾ ਸਤਿਗੁਰ ਮਿਲਿਆ ਆਏ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਨ੍ਹਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਧਾਰਨ ਕੀਤੀ ਤੇ ਭਾਈ ਉਹਨਾਂ ਨੂੰ ਆ ਕੇ ਸੱਚਾ ਸਤਿਗੁਰੂ ਵੀ ਹਰ ਕਿਸੇ ਨੂੰ ਨਹੀਂ ਮਿਲਦਾ। ਬਹੁਤੇ ਲੋਕ ਤਾਂ ਨਗੂਰੇ ਤੁਰੇ ਫਿਰਦੇ ਨੇ ਤੇ ਕਈ ਲੋਕ ਪਖੰਡੀਆਂ ਦੇ ਜਾਲ ਵਿੱਚ ਫਸ ਜਾਂਦੇ ਨੇ, ਪਰ ਸੱਚਾ ਸਤਿਗੁਰੂ ਕਿਸੇ ਵਿਰਲੇ ਨੂੰ ਮਿਲਦਾ। ਕਿਹਨਾਂ ਨੂੰ ਮਿਲਦਾ? ਜਿਨ ਕੋ ਕਿਰਪਾ ਧਾਰੀਆਂ, ਜਿਨ੍ਹਾਂ ਉੱਤੇ ਵਾਹਿਗੁਰੂ ਨੇ ਮਿਹਰ ਕੀਤੀ ਹੈ ਤੇ ਬਈ ਉਹਨਾਂ ਨੂੰ ਆ ਕੇ ਸੱਚਾ ਸਤਿਗੁਰੂ ਮਿਲਦਾ ਹੈ। ਸਤਿਗੁਰ ਮਿਲੇ ਉਲਟੀ ਭਈ ਮਰ ਜੀਵਿਆ ਸਹਿਜ ਸੁਭਾਏ। ਸਤਿਗੁਰ ਮਿਲੇ, ਜਿਹੜਾ ਸੱਚੇ ਸਤਿਗੁਰੂ ਨੂੰ ਮਿਲਦਾ ਹੈ, ਉਲਟੀ ਪਈ ਉਹਦੀ ਜਿਹੜੀ ਬਿਰਤੀ ਸੀ ਸੰਸਾਰਾਕਾਰ ਤੋਂ ਉਲਟ ਗਈ, ਸੰਸਾਰਾਕਾਰ ਤੋਂ ਬ੍ਰਹਮਾਕਾਰ ਹੋ ਗਈ, ਅਨਾਤਮਾਕਾਰ ਤੋਂ ਆਤਮਾਕਾਰ ਉਸ ਦੀ ਸੁਰਤ ਹੋ ਗਈ। ਮਰ ਜੀਵਿਆ ਸਹਿਜ ਸੁਭਾਏ, ਫਿਰ ਉਹਨੂੰ ਮਰ ਕੇ ਨਵਾਂ ਜੀਵਨ ਪ੍ਰਾਪਤ ਹੋਇਆ। ਜੀਵਤ ਭਾਵ ਤੋਂ ਮਰ ਕੇ ਉਸ ਨੂੰ ਆਤਮਕ ਜੀਵਨ ਪ੍ਰਾਪਤ ਹੋ ਗਿਆ ਤੇ ਫਿਰ ਉਹ ਸਹਿਜ ਸੁਭਾਏ, ਸਹਿਜ ਆਤਮਕ ਅਡੋਲ ਅਵਸਥਾ ਦੇ ਵਿੱਚ ਤੇ ਸੁਭਾਏ ਉਸ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਹੀ ਹਮੇਸ਼ਾ ਲਈ ਮਗਨ ਰਹਿੰਦਾ ਹੈ। ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ। ਅਥਵਾ ਮਰ ਜੀਵਿਆ ਸਹਿਜ ਸੁਭਾਏ, ਉਹ ਸੁਤੇ ਸਿੱਧ ਨਿਰਯਤਨ ਸਹਿਜ ਸੁਭਾ ਉਹ ਮਰ ਕੇ ਜੀ ਉੱਠਦਾ। ਭਾਵ ਜਦੋਂ ਇੱਕ ਵਾਰੀ ਕੋਈ ਆਦਮੀ ਪਾਣੀ ਵਿੱਚ ਡੁੱਬ ਕੇ ਮਰ ਜਾਂਦਾ ਹੈ, ਫਿਰ ਉਹਦਾ ਸਰੀਰ ਉੱਪਰ ਤਰਨ ਲੱਗ ਜਾਂਦਾ, ਫਿਰ ਉਹ ਦੁਬਾਰਾ ਨਹੀਂ ਮੁੜ ਕੇ ਡੁੱਬਦਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ, ਜਿਹੜੇ ਗੁਰਮੁਖ ਨੇ ਜਦੋਂ ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਤੇ ਗੁਰ ਮੰਤਰ ਦਾ ਸ਼ਬਦ ਦਾ ਅਭਿਆਸ ਕਰਦੇ ਨੇ, ਫਿਰ ਜਿਉਂਦੇ ਜੀ ਉਹਨਾਂ ਦਾ ਸੰਸਾਰ ਨਾਲੋਂ, ਪਰਿਵਾਰ ਨਾਲੋਂ, ਸਰੀਰ ਨਾਲੋਂ ਮੋਹ ਟੁੱਟ ਜਾਂਦਾ ਹੈ। ਇਹ ਹੈ ਜੀਵਤ ਭਾਵ ਤੋਂ ਮਰਨਾ। ਫਿਰ ਉਹਨਾਂ ਦੇ ਅੰਦਰ ਆਤਮਕ ਜੀਵਨ ਦੀ ਕਿਰਨ ਜਾਗ ਪੈਂਦੀ ਹੈ ਤੇ ਫਿਰ ਉਹਨਾਂ ਨੂੰ ਅਮਰ ਜੀਵਨ ਪ੍ਰਾਪਤ ਹੋ ਜਾਂਦਾ ਹੈ। ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਭਗਤ ਬਣ ਕੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਰੰਗਿਆ ਰਹਿੰਦਾ ਹੈ। ਹਰ ਹਰ ਨਾਮ ਸਮਾਏ ਤੇ ਹਰ ਵੇਲੇ ਵਾਹਿਗੁਰੂ 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 ਨਾਮ ਜਪਦਾ ਹੈ। ਪਰਾ ਪਸੰਤੀ ਮਧਮਾ ਬੈਖਰੀ ਬਾਣੀ ਦੁਆਰਾ ਵਾਹਿਗੁਰੂ ਦਾ ਸਿਮਰਨ ਕਰਦਾ ਹੋਇਆ ਤੇ ਸਮਾਏ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਤੇ ਨਾਮ ਤੋਂ ਅੱਗੇ ਨਾਮੀ ਵਿੱਚ ਜਾ ਕੇ ਲੀਨ ਹੋ ਜਾਂਦਾ ਹੈ। ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਮਨਮੁਖ ਦੇ ਅੰਦਰ ਬੜੀ ਚੰਚਲ ਬੁੱਧੀ ਹੁੰਦੀ ਹੈ। ਭਾਵ ਉਹਦੇ ਦਿਮਾਗ ਦੇ ਵਿੱਚ ਚੁਸਤੀ ਚਲਾਕੀ ਸ਼ੈਤਾਨੀ ਭਰੀ ਹੁੰਦੀ ਹੈ। ਮਨਮੁਖ ਆਦਮੀ ਦੀ ਬੁੱਧੀ ਬਹੁਤ ਚੰਚਲ ਹੁੰਦੀ ਹੈ, ਅੰਤਰ ਬਹੁਤ ਚਤੁਰਾਈ, ਕਿਉਂਕਿ ਉਹਦੇ ਅੰਦਰ ਬਹੁਤੀ ਚਤੁਰਾਈ ਚੁਸਤੀ ਚਲਾਕੀ ਹੁੰਦੀ ਹੈ। ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ। ਉਹ ਜੋ ਵੀ ਕੁਛ ਕਰਦਾ ਹੈ ਹੰਕਾਰ ਦੇ ਵਿੱਚ ਕਰਦਾ ਹੈ। ਕਰਮ ਕਰਤ ਵਧੇ ਅਹੰਮੇਵ, ਉਹਦਾ ਕੀਤਾ ਕਤਰਿਆ ਬਿਅਰਥ ਚਲਿਆ ਜਾਂਦਾ ਹੈ। ਇੱਕ ਤਿਲ ਥਾਏ ਨਾ ਪਾਈ, ਇੱਕ ਤਿਲ ਮਾਤਰ ਵੀ ਉਹਦੀ ਕੀਤੀ ਕਾਲ, ਉਹਦੀ ਕੀਤੀ ਕਰਤੂਤ ਥਾਂ ਨਹੀਂ ਪਾਈ ਜਾ ਸਕਦੀ। ਭਾਵ ਵਾਹਿਗੁਰੂ ਦੇ ਦਰ ਕਬੂਲ ਨਹੀਂ ਹੋ ਸਕਦੀ। ਜਿਹੜਾ ਹਉਮੈ ਹੰਕਾਰ ਦੇ ਵਿੱਚ ਕੁਛ ਵੀ ਕਰਦਾ ਹੈ ਤੇ ਵਾਹਿਗੁਰੂ ਦੇ ਦਰਗਾਹ ਵਿੱਚ ਉਹ ਪ੍ਰਵਾਨ ਨਹੀਂ ਹੋ ਸਕਦਾ। ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ। ਲਓ, ਜਿਹੜੇ ਮਨਮੁਖ ਬੰਦੇ ਨੇ ਜਿਨ੍ਹਾਂ ਦੀ ਚੰਚਲ ਮਤ ਹੈ ਤੇ ਬਹੁਤੀ ਚਤੁਰਾਈ ਘੋਟਦੇ ਨੇ, ਫਿਰ ਉਹ ਜੋ ਵੀ ਪੁੰਨ ਦਾਨ ਦਾ ਬੀਜ ਬੀਜਦੇ ਨੇ,
ਸਰੀਰ ਧਰਤੀ ਹੈ, ਕਰਮ ਬੀਜ ਹੈ। ਜੋ ਵੀ ਪੁੰਨ ਪਾਪ ਦਾ, ਪੁੰਨ ਦਾਨ ਦਾ ਬੀਜ ਬੀਜਦੇ ਨੇ, ਸਭ ਧਰਮ ਰਾਏ ਕਹਿ ਜਾਏ। ਫਿਰ ਉਹ ਸਾਰਿਆਂ ਨੂੰ ਧਰਮ ਰਾਏ ਦੀ ਕਚਹਿਰੀ ਵਿੱਚ ਜਾਣਾ ਪੈਂਦਾ। ਉੱਥੇ ਉਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਕੀਤਾ ਜਾਂਦਾ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਾਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਪੁੰਨੀ ਸਵਰਗਾਂ ਵਿੱਚ ਚਲੇ ਜਾਂਦੇ ਨੇ, ਪਾਪੀ ਨਰਕਾਂ ਵਿੱਚ ਚਲੇ ਜਾਂਦੇ ਨੇ। ਇਹ ਉਹਨਾਂ ਨੂੰ ਫਲ ਮਿਲਦਾ ਹੈ। ਬਿਨ ਸਤਿਗੁਰੂ ਜਮ ਕਾਲ ਨਾ ਛੋੜਈ, ਦੂਜੈ ਭਾਏ ਖੁਆਈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਬਿਨਾਂ ਸਤਿਗੁਰੂ ਦੀ ਸ਼ਰਨ ਆਇਆ ਇਹ ਜਮ ਕਾਲ ਖਹਿੜਾ ਨਹੀਂ ਛੱਡਦਾ। ਧਰਮਰਾਜ ਦੇ ਜਮਦੂਤ ਉਹ ਖਹਿੜਾ ਨਹੀਂ ਛੱਡਦੇ। ਦੂਜੇ ਪਾਏ ਖੁਆਈ, ਜਿਹੜਾ ਵਾਹਿਗੁਰੂ ਨੂੰ ਛੱਡ ਕੇ ਦੂਜੇ ਪਾਏ, ਦੂਜੇ ਪਾਸੇ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੈ, ਖੁਆਈ ਉਹਨੂੰ ਖੱਜਲ ਖੁਆਰ ਕਰਦੇ ਹਨ। ਜੋ ਬਨ ਜਾਂਦਾ ਨਦਰ ਨਾ ਆਵਈ, ਜਰ ਪਹੁੰਚੈ ਮਰ ਜਾਈ। ਲੋਕ ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਦੋਂ ਮਨੁੱਖ ਤੇ ਜਵਾਨੀ ਆਉਂਦੀ ਹੈ ਉਹਨੂੰ ਬੀਤਦਿਆਂ ਸਮਾਂ ਨਹੀਂ ਲੱਗਦਾ। ਜੋਬਨ ਜਾਂਦੇ ਨੂੰ ਦੇਰ ਨਹੀਂ ਲੱਗਦੀ ਤੇ ਸਾਡੀ ਨਿਗਾਹ ਵਿੱਚ ਵੀ ਨਹੀਂ ਆਉਂਦਾ। ਜਰ ਪਹੁੰਚੈ ਮਰ ਜਾਈ, ਉਦੋਂ ਹੀ ਪਤਾ ਲੱਗਦਾ ਹੈ। ਤੇ ਜਦੋਂ ਵਡੇਪਾ ਆ ਜਾਂਦਾ ਤੇ ਫਿਰ ਉਸ ਤੋਂ ਅੱਗੇ ਕੀ ਹੁੰਦਾ ਹੈ? ਮਰ ਜਾਈ। ਵਡੇਪੇ ਤੋਂ ਬਾਅਦ ਅਖੀਰਲਾ ਸਟੇਸ਼ਨ ਹੈ ਮੌਤ। ਫਿਰ ਉਹ ਮਰ ਜਾਂਦਾ। ਜਵਾਨੀ ਲੰਘਦੀ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਕਦੋਂ ਜਵਾਨੀ ਲੰਘ ਜਾਂਦੀ ਹੈ। ਜਦੋਂ ਵਡੇਪਾ ਆਉਂਦਾ ਹੈ ਤੇ ਫਿਰ ਉਹ ਬੜੀ ਮੁਸ਼ਕਲ ਦੇ ਨਾਲ ਲੰਘਦਾ ਹੈ। ਤੇ ਜਦੋਂ ਵਡੇਪਾ ਵੀ ਲੰਘ ਜਾਂਦਾ ਫਿਰ ਮੌਤ ਆ ਜਾਂਦੀ ਹੈ। ਪੁੱਤ ਕਲਤ ਮੋਹ ਹੇਤ ਹੈ, ਅੰਤ ਬੇਲੀ ਕੋ ਨਾ ਸਖਾਈ। ਲੋ ਬਿਰਧ ਅਵਸਥਾ ਵਿੱਚ ਜਾ ਕੇ ਵੀ ਪੁੱਤਰ ਕਲਾ ਇਸਤਰੀ ਦੇ ਨਾਲ ਮੋਹ ਪਿਆਰ ਜੁੜਿਆ ਰਹਿੰਦਾ ਹੈ। ਪਰ ਇਹਨਾਂ ਵਿੱਚੋਂ ਆਉਂਦੇ ਸਮੇਂ ਨਾ ਤੇ ਕੋਈ ਬੇਲੀ ਮਿੱਤਰ ਬਣਦਾ ਹੈ ਤੇ ਨਾ ਹੀ ਕੋਈ ਸਖਾਈ ਸਹਾਇਕ ਮਦਦਗਾਰ ਹੁੰਦਾ ਹੈ। ਨਾ ਪੁੱਤਰ, ਨਾ ਇਸਤਰੀ, ਨਾ ਕੋਈ ਹੋਰ। ਆਉਂਦੇ ਸਮੇਂ ਸਾਡੇ ਨਾਲ ਕੋਈ ਵੀ ਨਹੀਂ ਬੌੜਦਾ, ਕੋਈ ਸਾਡੀ ਸਹਾਇਤਾ ਨਹੀਂ ਕਰਦਾ। ਸਤਿਗੁਰ ਸੇਵੇ ਸੋ ਸੁਖ ਪਾਏ, ਨਾਉ ਵਸੈ ਮਨ ਆਈ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜਾ ਭਾਈ ਸਤਿਗੁਰੂ ਦੀ ਸੇਵਾ ਕਰਦਾ ਹੈ ਸੋ ਸੁਖ ਪਾਏ, ਉਹਨੂੰ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ। ਨਾਉ ਵਸੈ ਮਨ ਆਈ। ਆਤਮਿਕ ਸੁਖ ਕਿਵੇਂ ਪ੍ਰਾਪਤ ਹੁੰਦਾ ਹੈ? ਉਹਦੇ ਮਨ ਦੇ ਵਿੱਚ ਆ ਕੇ ਨਾਮ ਵਸ ਜਾਂਦਾ। ਜਦੋਂ ਨਾਮ ਕਿਸੇ ਹਿਰਦੇ ਵਿੱਚ ਆ ਕੇ ਵਸ ਜਾਵੇ ਫਿਰ ਉਹਨੂੰ ਆਤਮਿਕ ਸੁਖ ਦੀ ਦਾਤ ਪ੍ਰਾਪਤ ਹੁੰਦੀ ਹੈ। ਨਾਮ ਕਦੋਂ ਆ ਕੇ ਮਨ ਵਿੱਚ ਵਸਦਾ ਹੈ? ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਦੋਂ ਕੋਈ ਨਿਰਮਾਣ ਤੇ ਨਿਸ਼ਕਾਮ ਸੇਵਾ ਕਰੇ ਫਿਰ ਉਹਦੇ ਮਨ ਵਿੱਚ ਆ ਕੇ ਨਾਮ ਵਸਦਾ ਹੈ ਤੇ ਨਾਮ ਦੁਆਰਾ ਹੀ ਆਤਮਿਕ ਸੁਖ, ਲੋਕ ਤੇ ਪ੍ਰਲੋਕ ਦਾ ਸੁਖ ਵੀ ਪ੍ਰਾਪਤ ਹੋ ਜਾਂਦਾ ਹੈ। ਨਾਨਕ ਸੇ ਵੱਡੇ ਵਡਭਾਗੀ, ਜੇ ਗੁਰਮੁਖ ਨਾਮ ਸਮਾਈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸਭ ਤੋਂ ਵੱਡੇ ਨੇ ਤੇ ਸਭ ਤੋਂ ਉੱਚੇ ਵੱਡੇ ਭਾਗਾਂ ਵਾਲੇ ਨੇ। ਕੌਣ? ਜੇ ਗੁਰਮੁਖ ਨਾਮ ਸਮਾਈ। ਜਿਹੜੇ ਗੁਰੂ ਦੁਆਰਾ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋਏ ਰਹਿੰਦੇ ਨੇ, ਜਿਨ੍ਹਾਂ ਦੀ ਸੁਰਤ ਨਾਮ ਬਾਣੀ ਦੇ ਨਾਲ ਜੁੜੀ ਰਹਿੰਦੀ ਹੈ, ਉਹ ਸਭ ਤੋਂ ਵੱਡੇ ਨੇ ਤੇ ਸਭ ਤੋਂ ਉੱਚੀਆਂ ਭਾਗਾਂ ਵਾਲੇ ਹਨ। ਮਨਮੁਖ ਨਾਮ ਨਾ ਚੇਤਨੀ, ਬਿਨ ਨਾਵੈ ਦੁਖ ਰੋਏ। ਮਨਮੁਖ ਬੰਦਾ ਕਦੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦਾ ਤੇ ਬਿਨਾਂ ਨਾਮ ਤੋਂ ਉਹਨੂੰ ਦੁੱਖ ਪ੍ਰਾਪਤ ਹੁੰਦੇ ਨੇ। ਤੇ ਜਦੋਂ ਦੁੱਖ ਪ੍ਰਾਪਤ ਹੁੰਦੇ ਨੇ ਫਿਰ ਉਹ ਰੋਂਦਾ ਹੈ। ਆਤਮਾ ਰਾਮ ਨਾ ਪੂਜਨੀ, ਦੂਜੈ ਕਿਉ ਸੁਖ ਹੋਏ। ਮਨਮੁਖ ਬੰਦਾ ਆਤਮਾ ਤੇ ਪਰਮਾਤਮਾ ਦੀ ਪੂਜਾ ਨਹੀਂ ਕਰਦਾ ਵੀ ਉਹ ਆਤਮਾ ਰੂਪ ਹੋ ਕੇ ਵਾਹਿਗੁਰੂ ਸਾਰਿਆਂ ਵਿੱਚ ਪਰਿਪੂਰਨ ਹੋ ਰਿਹਾ ਹੈ। ਉਹਨੂੰ ਸਰਵ ਵਿਆਪਕ ਸਮਝ ਕੇ ਉਸ ਦੀ ਪੂਜਾ ਨਹੀਂ ਕਰਦਾ, ਭਗਤੀ ਨਹੀਂ ਕਰਦਾ, ਸਿਮਰਨ ਨਹੀਂ ਕਰਦਾ। ਦੂਜੇ ਕਿਉਂ ਸੁਖ ਹੋਏ? ਉਹਦਾ ਪ੍ਰੇਮ ਦੂਜੇ ਪਾਸੇ ਹੈ। ਪੁੱਤਰ ਕਲਤਰ ਮੋਹ ਹੇਤ ਹੈ।
ਪੁੱਤਰ, ਇਸਤਰੀ, ਪਰਿਵਾਰ, ਪਦਾਰਥਾਂ ਦੇ ਨਾਲ ਉਹਦਾ ਮੋਹ ਪਿਆਰ ਬਣਿਆ ਹੋਇਆ, ਕਿਉਂ ਸੁਖ ਹੋਏ? ਫਿਰ ਉਹਨੂੰ ਆਤਮਿਕ ਸੁਖ, ਲੋਕ ਤੇ ਪ੍ਰਲੋਕ ਦਾ ਸੁਖ ਕਿਵੇਂ ਪ੍ਰਾਪਤ ਹੋ ਸਕਦਾ? ਨਹੀਂ ਹੁੰਦਾ। ਹਉਮੈ ਅੰਤਰ ਮੈਲ ਹੈ, ਸ਼ਬਦ ਨਾ ਕਾਢਹਿ ਧੋਏ। ਉਸ ਮਨਮੁਖ ਬੰਦੇ ਦੇ ਅੰਦਰ ਹਉਮੈ ਦੀ ਮੈਲ ਭਰੀ ਹੋਈ ਹੈ, ਤੇ ਉਸ ਹਉਮੈ ਦੀ ਮੈਲ ਨੂੰ ਧੋਤਾ ਵੀ ਜਾ ਸਕਦਾ ਸੀ। ਕਿਵੇਂ? ਗੁਰੂ ਕੇ ਸ਼ਬਦ ਦੁਆਰਾ। ਸ਼ਬਦ ਨਾ ਕਾਢਾ ਧੋਏ, ਪਰ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਉਹ ਹਉਮੈ ਦੀ ਮੈਲ ਨੂੰ ਧੋ ਕੇ ਬਾਹਰ ਨਹੀਂ ਕੱਢਦਾ। ਜਿਵੇਂ ਕਈ ਆਦਮੀਆਂ ਦਾ ਸੁਭਾਅ ਹੁੰਦਾ ਹੈ, ਉਹ ਕੱਪੜੇ ਹੀ ਨਹੀਂ ਧੋਂਦੇ, ਮੈਲ ਭਰੀ ਰਹਿੰਦੀ ਹੈ, ਜੂਆਂ ਪੈ ਜਾਂਦੀਆਂ, ਤੇ ਕਹਿੰਦੇ ਬਸ ਠੀਕ ਹੈ ਜੀ, ਸਾਨੂੰ ਕੋਈ ਫਰਕ ਨਹੀਂ ਹੈ। ਇਹੋ ਜਿਹੇ ਕਈ ਘੋਰੀ ਤੇ ਦਲਿਦਰੀ ਲੋਕ ਹੁੰਦੇ ਨੇ। ਹਜ਼ੂਰ ਕਹਿੰਦੇ ਸਾਡੇ ਅੰਦਰ ਹਉਮੈ ਦੀ ਮੈਲ ਲੱਗੀ ਹੋਈ ਹੈ, ਉਹਨੂੰ ਸ਼ਬਦ ਦੁਆਰਾ ਧੋ ਕੇ ਬਾਹਰ ਕੱਢਣਾ ਚਾਹੀਦਾ ਹੈ, ਪਰ ਮਨਮੁਖ ਬੰਦੇ ਉਸ ਮੈਲ ਨੂੰ ਕੱਢਦੇ ਨਹੀਂ, ਤੇ ਉਹਨਾਂ ਨੂੰ ਮੈਲੇ ਕੱਪੜੇ ਪਾਉਣੇ ਤੇ ਹਉਮੈ ਦੀ ਮੈਲ ਹੀ ਚੰਗੀ ਲੱਗਦੀ ਹੈ। ਨਾਨਕ ਬਿਨ ਨਾਵੇ ਮੈਲਿਆ ਮੂਏ, ਜਨਮ ਪਦਾਰਥ ਖੋਏ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਬਿਨ ਨਾਵੇ ਮੈਲਿਆ ਮੂਏ। ਨਾਮ ਤੋਂ ਬਿਨਾਂ ਜਿਹੜੇ ਹਉਮੈ ਦੀ ਮੈਲ ਦੇ ਨਾਲ ਮਲੀਨ ਹੋਏ ਸਨ, ਉਹ ਇਸੇ ਤਰ੍ਹਾਂ ਹੀ ਮਲੀਨ ਹੋ ਕੇ ਹੀ ਮਰ ਗਏ, ਮੈਲੇ ਹੋ ਕੇ ਹੀ ਮਰ ਗਏ। ਜਨਮ ਪਦਾਰਥ ਕੋਈ ਜਿਹੜਾ ਅਮੋਲਕ ਮਨੁੱਖਾ ਜਨਮ ਹੀਰੇ ਵਰਗਾ ਅਮੋਲਕ ਪਦਾਰਥ ਸੀ, ਇਹਨੂੰ ਭੰਗ ਦੇ ਪਾੜੇ ਗਵਾ ਲਿਆ। ਹੀਰੇ ਜੈਸਾ ਜਨਮ ਹੈ, ਕੌਡੀ ਬਦਲਿਆ ਜਾਏ। ਇਸ ਹੀਰੇ ਵਰਗੇ ਜਨਮ ਨੂੰ ਕੌਡੀ ਮਾਇਆ ਦੇ ਬਦਲੇ, ਵਿਸ਼ੇ ਸੁੱਖਾਂ ਦੇ ਬਦਲੇ ਉਹਨਾਂ ਨੇ ਗਵਾ ਲਿਆ ਹੈ। ਮਨਮੁਖ ਬੋਲੇ ਅੰਧਲੇ, ਤਿਸ ਮਹਿ ਅਗਨੀ ਕਾ ਵਾਸ। ਗਰੀਬਨ ਵਾਸ ਸਤਿਗੁਰੂ ਜੀ ਫਿਰ ਮਨਮੁਖਾਂ ਦੀ ਹਾਲਤ ਬਿਆਨ ਕਰਦੇ ਹਨ। ਮਨਮੁਖ ਸ਼ਰਧਾ ਤੇ ਵਿਚਾਰ ਰੂਪੀ ਕੰਨਾਂ ਤੋਂ ਬੋਲੇ ਨੇ, ਤੇ ਮਾਨਸਿਕ ਤੌਰ ਤੇ ਅੰਨੇ ਵੀ ਹਨ। ਉਹਨਾਂ ਦੇ ਕੋਲ ਵੈਰਾਗ ਤੇ ਵਿਵੇਕ ਦੇ ਚਕਸ਼ੂ ਨਹੀਂ ਹਨ, ਸੁਰਤੀ ਸਿਮਰਤੀ ਦੀਆਂ ਅੱਖਾਂ ਨਹੀਂ ਹਨ, ਪਰੋਖ ਤੇ ਅਪਰੋਕਸ਼ ਗਿਆਨ ਦੇ ਨੇਤਰ ਵੀ ਨਹੀਂ ਹਨ। ਉਹ ਮਨਮੁਖ ਬੋਲੇ ਵੀ ਤੇ ਅੰਨੇ ਵੀ ਹਨ। ਤਿਸਮੈ ਅਗਨੀ ਕਾ ਵਾਸ, ਉਹਨਾਂ ਦੇ ਵਿੱਚ ਵੀ ਅੱਗ ਦਾ ਨਿਵਾਸ ਹੈ। ਤ੍ਰਿਸ਼ਨਾ ਦੀ ਅੱਗ, ਵਿਸ਼ੇ ਵਾਸ਼ਨਾ ਦੀ ਅੱਗ ਤੇ ਹੰਕਾਰ ਦੀ ਅੱਗ ਉਹਨਾਂ ਨੂੰ ਸਾੜਦੀ ਹੈ। ਬਾਣੀ ਸੁਰਤ ਨਾ ਬੁੱਝਨੀ, ਸ਼ਬਦ ਨਾ ਕਰਹਿ ਪ੍ਰਗਾਸ। ਬਾਣੀ ਸੁਰਤ ਨਾ ਬੁੱਝਣੀ, ਉਹ ਆਪਣੇ ਸੁਰਤ ਰਾਹੀਂ ਬਾਣੀ ਦੀ ਜੋ ਅਸਲੀ ਬੁਝਾਰਤ ਹੈ, ਬਾਣੀ ਦਾ ਤਾਤ ਪਰਜ ਹੈ, ਬਾਣੀ ਦਾ ਸਿਧਾਂਤ ਹੈ, ਉਹਨੂੰ ਨਹੀਂ ਉਹ ਸਮਝਦੇ। ਬਾਣੀ ਕੀ ਕਹਿੰਦੀ ਹੈ, ਸੁਰਤ ਰਾਹੀਂ ਇਸ ਗੱਲ ਨੂੰ ਨਹੀਂ ਸਮਝਦੇ। ਸ਼ਬਦ ਨਾ ਕਰਹਿ ਪ੍ਰਗਾਸ, ਤੇ ਨਾ ਹੀ ਸ਼ਬਦ ਦੁਆਰਾ ਆਪਣੇ ਅੰਦਰ ਦੇਵੀ ਗਿਆਨ ਦਾ ਦੀਵਾ ਜਗਾਉਂਦੇ ਨੇ, ਆਪਣੇ ਅੰਦਰ ਉਹ ਚਾਨਣ ਵੀ ਨਹੀਂ ਕਰ ਸਕਦੇ। ਉਹਨਾਂ ਆਪਣੀ ਅੰਦਰ ਸ਼ੁੱਧ ਨਹੀਂ, ਗੁਰ ਬਚਨ ਨਾ ਕਰਹਿ ਵਿਸਾਸ। ਉਹਨਾਂ ਮਨਮੁਖਾਂ ਦੇ ਅੰਦਰ ਆਪਣੀ ਸੁੱਧ ਵੀ ਖਬਰਸਾਰ ਵੀ ਨਹੀਂ ਹੈ। ਉਹਨਾਂ ਨੂੰ ਇਹ ਵੀ ਨਹੀਂ ਪਤਾ ਅਸੀਂ ਕੀ ਹਾਂ, ਕਾਹਦੇ ਵਾਸਤੇ ਆਏ ਹਾਂ, ਸਾਡੇ ਜੀਵਨ ਦਾ ਮਨੋਰਥ ਕੀ ਹੈ, ਇਸ ਗੱਲ ਦੀ ਵੀ ਉਹਨਾਂ ਨੂੰ ਕੋਈ ਖਬਰਸਾਰ ਨਹੀਂ ਹੈ। ਅਥਵਾ ਉਹਨਾਂ ਆਪਣੀ ਅੰਦਰ ਸੁੱਧ ਨਹੀਂ, ਉਹਨਾਂ ਨੂੰ ਆਪਣੇ ਅੰਦਰ ਆਪਣੇ ਆਪ ਦੀ ਵੀ, ਆਪਣੇ ਆਪੇ ਦੀ ਵੀ ਕੋਈ ਸੁੱਧ ਗਿਆਤ ਨਹੀਂ ਹੁੰਦੀ। ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ। ਗੁਰ ਬਚਨ ਨਾ ਕਰਹਿ ਵਿਸਾਸ, ਤੇ ਨਾ ਹੀ ਉਹ ਮਨਮੁਖ ਬੰਦੇ ਗੁਰੂ ਦੇ ਬਚਨਾਂ 'ਤੇ ਕਦੀ ਵਿਸ਼ਵਾਸ ਕਰਦੇ ਨੇ, ਗੁਰਬਾਣੀ 'ਤੇ ਵੀ ਉਹਨਾਂ ਦਾ ਭਰੋਸਾ ਨਹੀਂ ਹੁੰਦਾ। ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰਿ ਲਿਵ ਸਦਾ ਵਿਗਾਸ। ਜਿਹੜੇ ਉਹਨਾਂ ਮਨਮੁਖਾਂ ਦੇ ਮੁਕਾਬਲੇ 'ਤੇ ਗੁਰਮੁਖ ਗਿਆਨੀ ਹਨ, ਜਿਹੜੇ ਗੁਰੂ ਦਰਸਾਏ ਮਾਰਗ 'ਤੇ ਚੱਲਦੇ ਨੇ। ਇਲਮ ਬਾ ਅਮਲ, ਕੱਲੇ ਪ੍ਰਚਾਰਕਾਂ ਨੂੰ ਗਿਆਨੀ ਨਹੀਂ ਕਿਹਾ ਜਾ ਸਕਦਾ। ਗਿਆਨੀ ਉਹ ਨੇ ਜਿਨ੍ਹਾਂ ਨੇ ਅੰਦਰੋਂ ਵੀ ਅਨੁਭਵ ਨੂੰ ਜਗਾ ਲਿਆ ਹੈ। ਕੱਲਾ ਸ਼ਾਸਤਰੀ ਗਿਆਨ ਨਹੀਂ, ਅਨੁਭਵੀ ਗਿਆਨ ਵੀ ਜਿਨ੍ਹਾਂ ਅੰਦਰ ਪ੍ਰਗਟ ਹੋ ਗਿਆ, ਉਹਨਾਂ ਦੀ ਅਵਸਥਾ ਇਹ ਹੁੰਦੀ ਹੈ ਗਿਆਨੀਆਂ ਅੰਦਰ ਗੁਰ ਸ਼ਬਦ ਹੈ। ਉਹਨਾਂ ਗੁਰਮੁਖ ਗਿਆਨੀਆਂ ਦੇ ਅੰਦਰ ਗੁਰੂ ਦਾ ਸ਼ਬਦ ਵਸਿਆ ਹੁੰਦਾ ਹੈ। ਗੁਰ ਸ਼ਬਦ ਤੋਂ ਭਾਵ ਗੁਰ ਉਪਦੇਸ਼, ਗੁਰੂ ਦਿਖਿਆ ਮੰਤਰ, ਗੁਰ ਮੰਤਰ ਉਹਨਾਂ ਦੇ ਅੰਦਰ ਨਿਵਾਸ ਕਰਦਾ ਹੈ। ਨਿਤ ਹਰਿ ਲਿਵ ਸਦਾ ਵਿਗਾਸ,
ਹਮੇਸ਼ਾ ਲਈ ਉਹ ਵਾਹਿਗੁਰੂ ਦੇ ਵਿੱਚ ਚਿੱਤ ਬਿਰਤੀ ਨੂੰ ਜੋੜੀ ਰੱਖਦੇ ਨੇ ਤੇ ਹਮੇਸ਼ਾ ਲਈ ਵਿਗਾਸ ਉਹਨਾਂ ਨੂੰ ਆਤਮਕ ਖੇੜਾ ਤੇ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ। ਹਰ ਗਿਆਨੀਆਂ ਕੀ ਰੱਖਦਾ, ਹਉ ਸਦ ਬਲਿਹਾਰੀ ਤਾਸ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜੇ ਗੁਰਮੁਖ ਗਿਆਨਵਾਨ ਪੁਰਸ਼ ਨੇ, ਉਹ ਗੁਰਮੁਖ ਗਿਆਨੀਆਂ ਦੀ ਪੈਜ ਰੱਖਦਾ ਹੈ, ਉਹਨਾਂ ਦੀ ਇੱਜ਼ਤ ਅਬਰੋ ਰੱਖਦਾ ਹੈ। ਹਉ ਸਦ ਬਲਿਹਾਰੀ ਤਾਸ, ਐਸੇ ਗਿਆਨੀਆਂ ਤੋਂ ਅਸੀਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਗੁਰਮੁਖ ਗਿਆਨੀ ਪੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ, ਕਹੁ ਨਾਨਕ ਸੁਨ ਰਿਮਨਾ ਗਿਆਨੀ ਤਾਹਿ ਬਖਾਨ। ਆਪ ਵਿਚਾਰੇ ਸੋ ਗਿਆਨੀ ਹੋਈ, ਜਿਹੜਾ ਆਪਣੇ ਆਪੇ ਦੀ ਵਿਚਾਰ ਕਰਦੇ ਨੇ, ਐਸੇ ਗੁਰਮੁਖ ਗਿਆਨੀਆਂ ਦੀ ਇੱਜ਼ਤ ਵਾਹਿਗੁਰੂ ਆਪ ਰੱਖਦਾ ਹੈ। ਗੁਰਮੁਖ ਜੋ ਹਰ ਸੇਵਦੇ, ਜਨ ਨਾਨਕ ਤਾਕਾ ਦਾਸ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਗੁਰਮੁਖ ਜੋ ਹਰ ਸੇਵਦੇ, ਜਿਹੜੇ ਗੁਰੂ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਦੇ ਨੇ, ਭਾਵ ਗੁਰਬਾਣੀ ਦੁਆਰਾ, ਗੁਰੂ ਦੀ ਦੱਸੀ ਸਿੱਖਿਆ ਦੁਆਰਾ, ਗੁਰਬਾਣੀ ਦੀ ਓਟ ਲੈ ਕੇ ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਕਰਦੇ ਹਨ। ਜਨ ਨਾਨਕ ਤਾਕਾ ਦਾਸ, ਦਾਸਾ ਭਾਵ ਧਾਰਨ ਕਰਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਮੈਂ ਉਹਨਾਂ ਦਾ ਦਾਸ ਹਾਂ, ਜਿਹੜੇ ਗੁਰੂ ਦੁਆਰਾ ਵਾਹਿਗੁਰੂ ਦੀ ਸੇਵਾ ਕਰਦੇ ਨੇ। ਇਹਦਾ ਮਤਲਬ ਇਹ ਵੀ ਹੈ ਵੀ ਗੁਰਸਿੱਖ ਨੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਤੇ ਗੁਰੂ ਰਾਹੀਂ ਭਗਤੀ ਕਰਨੀ ਹੈ, ਗੁਰੂ ਰਾਹੀਂ ਸਿਮਰਨ ਕਰਨਾ, ਜੋ ਗੁਰੂ ਕਹਿੰਦਾ ਉਹ ਗੱਲ ਕਰਨੀ ਹੈ। ਜਿਹੜਾ ਗੁਰੂ ਆਸ਼ੀ ਅਨੁਸਾਰ ਚੱਲਦਾ ਹੈ ਤੇ ਵਾਹਿਗੁਰੂ ਦੀ ਭਗਤੀ ਕਰਦਾ ਹੈ ਤੇ ਮੈਂ ਉਹਦਾ ਦਾਸ ਹਾਂ। ਇਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ। ਅੰਮ੍ਰਿਤ ਬਾਣੀ ਦੁਆਰਾ ਜਿਹੜੇ ਵਾਰਾਂ ਤੋਂ ਵਧੀਕ ਸ਼ਲੋਕ ਨੇ, ਉਹਨਾਂ ਦੁਆਰਾ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ। ਆਪਾਂ ਇਸ ਨੂੰ ਸੁਣਿਆ, ਇਹਨੂੰ ਆਪਣੇ ਜੀਵਨ ਵਿੱਚ ਵਸਾਈਏ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਹਰ ਗਿਆਨੀਆਂ ਕੀ ਰੱਖਦਾ, ਹਉ ਸਦ ਬਲਿਹਾਰੀ ਤਾਸ। ਗੁਰਮੁਖ ਜੋ ਹਰ ਸੇਵਦੇ, ਜਨ ਨਾਨਕ ਤਾਕਾ ਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।